ਸਤਿ ਸ਼੍ਰੀ ਅਕਾਲ ਬੱਚਿਓ। ਪੰਜਾਬੀ ਦੇ ਅੱਜ ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਬੱਚਿਓ, ਪਿਛਲੇ ਲੈਕਚਰ ਤੋਂ ਅਸੀਂ ਇੱਕ ਨਵਾਂ ਲੇਖ, ਇੱਕ ਨਵਾਂ ਚੈਪਟਰ ਸ਼ੁਰੂ ਕੀਤਾ ਹੈ। ਪੰਜਾਬ ਦੀਆਂ ਲੋਕ ਖੇਡਾਂ ਚੈਪਟਰ ਅਸੀਂ ਪਿਛਲੀ ਵੀਡੀਓ ਤੋਂ ਸ਼ੁਰੂ ਕੀਤਾ ਹੈ। ਪਿਛਲੀ ਵੀਡੀਓ ਦੇ ਵਿੱਚ ਤੁਸੀਂ ਇਸ ਲੇਖ ਬਾਰੇ ਪੜ੍ਹਿਆ, ਸੁਣਿਆ ਕਿ ਕਿਸ ਤਰ੍ਹਾਂ ਖੇਡਾਂ ਸਾਡੇ ਪੰਜਾਬੀ ਲੋਕ ਜੀਵਨ ਦਾ ਅਹਿਮ ਅੰਗ ਹਨ, ਕਿਸ ਤਰ੍ਹਾਂ ਪੇਂਡੂ ਜੀਵਨ ਦੇ ਨਾਲ ਜੁੜੀਆਂ ਹੋਈਆਂ ਹਨ। ਲੋਕ ਖੇਡਾਂ ਜੀਵਨ ਦੇ ਮਨੁੱਖੀ ਜੀਵਨ ਦੇ ਹਰ ਪੱਖ ਨਾਲ ਜੁੜੀਆਂ ਹੋਈਆਂ ਹਨ। ਜਿਸ ਤਰ੍ਹਾਂ ਕਿ ਬੱਚੇ ਦੇ ਨਾਲ ਬਚਪਨ ਦੇ ਸਮੇਂ ਦੇ ਨਾਲ ਅਲੱਗ ਲੋਕ ਖੇਡਾਂ ਹਨ ਜੁੜੀਆਂ ਹੋਈਆਂ। ਇਸ ਤਰ੍ਹਾਂ ਜਵਾਨੀ ਦੀ ਅਵਸਥਾ ਦੇ ਨਾਲ ਨੌਜਵਾਨ ਸਰੀਰਕ ਬਲ ਵਧਾਉਣ ਵਾਲੀਆਂ ਖੇਡਾਂ ਵਧੇਰੇ ਖੇਡਦੇ ਹਨ। ਬਜ਼ੁਰਗ ਅਵਸਥਾ ਦੇ ਨਾਲ ਕਿਸ ਤਰ੍ਹਾਂ ਕਈ ਖੇਡਾਂ ਜੁੜੀਆਂ ਹੋਈਆਂ ਹਨ, ਜਿਹੜੀਆਂ ਖੇਡਾਂ ਬੈਠ ਕੇ ਖੇਡਣ ਵਾਲੀਆਂ, ਮਨੋਰੰਜਨ ਭਰਪੂਰ ਹਨ। ਇਸ ਤਰ੍ਹਾਂ ਲੋਕ ਖੇਡਾਂ ਸਾਡੇ ਵਿੱਚ ਕਾਫੀ ਗੁਣ ਵੀ ਪੈਦਾ ਕਰਦੀਆਂ ਹਨ। ਇਹਨਾਂ ਦੀ ਸਾਡੇ ਜੀਵਨ ਦੇ ਵਿਕਾਸ ਵਿੱਚ ਭੂਮਿਕਾ ਹੈ। ਸਾਡੇ ਮੁਕਾਬਲੇ ਦੀ ਸਥਿਤੀ ਸਾਡੇ ਲਈ ਪੈਦਾ ਕਰਦੀਆਂ ਹਨ। ਅਸੀਂ ਹਾਰ ਨੂੰ ਸਹਿਣ ਕਿਵੇਂ ਕਰਨਾ ਹੈ, ਸਾਡੀ ਸਹਿਣ ਸ਼ਕਤੀ ਵਧਾਉਂਦੀਆਂ ਹਨ, ਸਰੀਰਕ ਬਲ ਵਧਾਉਂਦੀਆਂ ਹਨ, ਤੰਦਰੁਸਤੀ ਦਿੰਦੀਆਂ ਹਨ। ਇਹਦੇ ਨਾਲ ਮਾਨਸਿਕ ਸ਼ਕਤੀ ਜੋ ਹੈ ਉਹ ਵੱਧਦੀ ਹੈ, ਸੋਚਣ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਬਹੁਤ ਸਾਰੇ ਗੁਣ ਜੋ ਹਨ ਉਹ ਲੋਕ ਖੇਡਾਂ ਨਾਲ ਪੈਦਾ ਹੁੰਦੇ ਹਨ। ਸੋ ਬੱਚਿਓ, ਇਸ ਤੋਂ ਇਲਾਵਾ, ਇਹਨਾਂ ਗੁਣਾਂ ਤੋਂ ਇਲਾਵਾ ਲੋਕ ਖੇਡਾਂ ਨਾਲ ਬੱਚਿਆਂ ਦੇ ਵਿੱਚ ਕੁਝ ਨੈਤਿਕ ਗੁਣ ਭਾਵ ਮੋਰਲ ਵੈਲਿਊਜ਼ ਵੀ ਪੈਦਾ ਹੁੰਦੀਆਂ ਹਨ। ਉਹ ਮੋਰਲ ਵੈਲਿਊਜ਼ ਕਿਹੜੀਆਂ, ਜਿਹੜੀਆਂ ਕਿ ਅਸੀਂ ਉਹਨਾਂ ਨੂੰ ਆਮ ਜੀਵਨ ਦੇ ਵਿੱਚ ਜਾਂ ਆਮ ਘਰਾਂ ਦੇ ਵਿੱਚ ਮਾਤਾ ਪਿਤਾ ਕੋਲੋਂ ਸਿੱਖਣੀਆਂ ਜਾਂ ਸਕੂਲ ਦੇ ਵਿੱਚ ਜਾਂ ਆਪਸ ਦੇ ਵਿੱਚ ਸਿੱਖਣੀਆਂ ਜੋ ਹਨ ਔਖੀਆਂ ਹੁੰਦੀਆਂ ਹਨ। ਉਹੀ ਬੱਚੇ, ਉਹੀ ਨੈਤਿਕ ਗੁਣ, ਉਹ ਮੋਰਲ ਵੈਲਿਊਜ਼ ਲੋਕ ਖੇਡਾਂ ਦੇ ਨਾਲ ਆਪਸ ਵਿੱਚ ਖੇਡ ਕੇ ਇੱਕ ਦੂਜੇ ਨਾਲ ਕਿਵੇਂ ਵਿਵਹਾਰ ਕਰਨਾ ਹੈ ਉਹ ਸਿੱਖ ਜਾਂਦੇ ਹਨ। ਇਹ ਗੁਣ ਹਨ ਨੇਕ ਨੀਤੀ, ਕਿ ਦੂਜੇ ਦੇ ਨਾਲ ਨੇਕ ਕਿਵੇਂ ਕਰਨਾ ਹੈ, ਚੰਗਾ ਕਿਵੇਂ ਕਰਨਾ ਹੈ, ਕਿਸੇ ਨੂੰ ਮਾੜਾ ਨਹੀਂ ਬੋਲਣਾ, ਕਿਸੇ ਨਾਲ ਮਾੜਾ ਨਹੀਂ ਕਰਨਾ, ਕਿਸੇ ਨਾਲ ਧੋਖੇ ਨਾਲ ਵਾਰੀ ਨਹੀਂ ਲੈਣੀ। ਭਾਈਵਾਲੀ ਦੀ ਭਾਵਨਾ, ਕਿ ਸਾਰਿਆਂ ਨੂੰ ਇੱਕੋ ਜਿਹਾ ਸਮਾਂ ਦੇਣਾ ਹੈ, ਇੱਕੋ ਜਿਹੀ ਵਾਰੀ ਦੀ ਦੇਣੀ ਹੈ। ਇਨਸਾਫ ਦੀ ਭਾਵਨਾ, ਕਿ ਹਾਰ ਜਿੱਤ ਦੇ ਮਾਮਲੇ ਦੇ ਵਿੱਚ ਕੋਈ ਵੀ ਧੋਖਾਧੜੀ ਨਹੀਂ ਕਰਨੀ, ਸਾਰਿਆਂ ਨਾਲ ਇਨਸਾਫ ਕਰਨਾ ਹੈ। ਮੁਕਾਬਲੇ ਦੀ ਭਾਵਨਾ, ਭਾਵ ਮੁਕਾਬਲੇ ਦੀ ਭਾਵਨਾ ਨਾਲ ਖੇਡਣਾ ਹੈ, ਕਿਸੇ ਦੇ ਨਾਲ ਲੜਾਈ ਝਗੜਾ ਨਹੀਂ ਕਰਨਾ। ਸੋ ਇਸ ਤਰ੍ਹਾਂ ਇਹ ਵਾਲੇ ਨੈਤਿਕ ਗੁਣ ਜੋ ਹਨ ਉਹ ਲੋਕ ਖੇਡਾਂ ਰਾਹੀਂ ਹੀ ਬੱਚੇ ਵਿੱਚ ਪੈਦਾ ਹੁੰਦੇ ਹਨ। ਸੋ ਅਜਿਹੀਆਂ ਕਾਫੀ ਲੋਕ ਖੇਡਾਂ ਹਨ ਜਿਨ੍ਹਾਂ ਨਾਲ ਬੱਚਿਆਂ ਦੇ ਵਿੱਚ ਇਹ ਨੈਤਿਕ ਗੁਣ ਜੋ ਹਨ ਉਹ ਪੈਦਾ ਹੁੰਦੇ ਹਨ। ਅਜਿਹੀਆਂ ਲੋਕ ਖੇਡਾਂ ਹਨ ਊਚ ਨੀਚ, ਊਠਕ ਬੈਠਕ, ਕੋਟਲਾ ਛਪਾਕੀ, ਸਮੁੰਦਰ ਮੱਛੀ, ਗੁੱਲੀ ਡੰਡਾ, ਅੱਡੀ ਛੜੱਪਾ, ਕੂਕਾ ਕਾਂਗੜੇ, ਬਾਂਦਰ ਕਿੱਲਾ, ਸ਼ੱਕਰ ਭਿੱਜੀ। ਸੋ ਇਹ ਸਾਰੀਆਂ ਲੋਕ ਖੇਡਾਂ ਬੱਚਿਆਂ ਦੇ ਵਿੱਚ ਅਜਿਹੇ ਹੀ ਨੈਤਿਕ ਗੁਣ ਮੋਰਲ ਵੈਲਿਊਜ਼ ਪੈਦਾ ਕਰਦੀਆਂ ਹਨ। ਸੋ ਬੱਚਿਓ, ਇਸ ਤੋਂ ਇਲਾਵਾ ਖੇਡਣ ਸਮੇਂ ਜਦੋਂ ਬੱਚੇ ਖੇਡਦੇ ਹਨ, ਆਪਣੇ ਸਮੂਹ ਦੇ ਵਿੱਚ ਖੇਡਦੇ ਹਨ, ਉਹਨਾਂ ਦੇ ਵਿੱਚੋਂ ਕਿਸੇ ਬੱਚੇ ਦੀ ਕੋਈ ਨਾ ਕੋਈ ਵਾਰੀ ਹੁੰਦੀ ਹੈ, ਉਸਨੂੰ ਕਹਿੰਦੇ ਹਨ ਦਾਈ। ਇਸ ਦਾਈ ਸ਼ਬਦ ਦੇ ਅਲੱਗ-ਅਲੱਗ ਥਾਂ 'ਤੇ ਅਲੱਗ-ਅਲੱਗ ਨਾਮ ਵੀ ਪ੍ਰਚਲਿਤ ਹੋ ਸਕਦੇ ਹਨ। ਕਈ ਵਾਰ ਬੱਚੇ ਇਸ ਨੂੰ ਦਾਈ ਦੇਣਾ ਕਹਿੰਦੇ ਹਨ, ਕਈ ਵਾਰ ਵਾਰੀ ਦੇਣਾ ਕਹਿੰਦੇ ਹਨ, ਕਈ ਵਾਰ ਮੀਟੀ ਦੇਣਾ ਕਹਿੰਦੇ ਹਨ, ਜਾਂ ਕਈ ਵਾਰ ਮਿੱਤ ਦੇਣਾ ਕਹਿੰਦੇ ਹਨ। ਸੋ ਇਸ ਸ਼ਬਦ ਲਈ ਜਾਂ ਇਸ ਦਾਈ ਦੇਣ ਲਈ, ਵਾਰੀ ਦੇਣ ਲਈ ਅਲੱਗ-ਅਲੱਗ ਥਾਵਾਂ 'ਤੇ ਅਲੱਗ-ਅਲੱਗ ਨਾਮ ਪ੍ਰਚਲਿਤ ਹਨ। ਸੋ ਸਭ ਤੋਂ ਪਹਿਲਾਂ ਇਹ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਕਿ ਦਾਈ ਪਹਿਲਾਂ ਕੌਣ ਦੇਵੇਗਾ, ਕਿਹੜਾ ਬੱਚਾ ਦਾਈ ਦੇਵੇਗਾ। ਸੋ ਉਸ ਲਈ ਨਿਯਮ ਬਣਾਏ ਹੋਏ ਹਨ ਬੱਚਿਆਂ ਨੇ। ਪੁੱਗਣ ਦਾ ਵੀ ਨਿਯਮ ਹੈ ਕਿ ਬੱਚੇ ਜੋ ਹਨ ਪੁੱਗੇ ਜਾਂਦੇ ਹਨ। ਉਸ ਲਈ ਕਈ ਵਾਰ ਬੱਚੇ ਜੋ ਹਨ, ਇੱਕ ਬੱਚਾ ਜੋ ਹੈ ਉਹ ਸਾਰੇ ਸਮੂਹ ਜਿੰਨੇ ਬੱਚੇ ਖੇਡਣਾ ਚਾਹੁੰਦੇ ਹਨ ਉਹਨਾਂ ਦੀਆਂ ਛਾਤੀ 'ਤੇ ਹੱਥ ਧਰ ਕੇ ਉਂਗਲ ਦੇ ਨਾਲ ਇੱਕ ਲੋਕ ਗੀਤ ਉਚਾਰਦਾ ਹੈ, ਛੰਦ ਉਚਾਰਦਾ ਹੈ। ਜਿਸ ਬੱਚੇ 'ਤੇ ਉਹ ਛੰਦ ਖਤਮ ਹੋ ਜਾਂਦਾ ਹੈ ਉਹ ਬੱਚਾ ਉਸ ਸਮੂਹ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ, ਭਾਵ ਪੁੱਗਿਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਉਹ ਦੁਬਾਰਾ ਉਹ ਛੰਦ ਬਾਕੀ ਬਚੇ ਹੋਏ ਬੱਚਿਆਂ 'ਤੇ ਉਚਾਰਦਾ ਹੈ। ਫਿਰ ਉਹ ਬੱਚਾ ਜਿੱਤੇ ਆਖਰੀ ਤੁਕ ਜਾਂ ਆਖਰੀ ਸ਼ਬਦ ਜੋ ਹੈ ਖਤਮ ਹੁੰਦਾ ਹੈ ਛੰਦ ਦਾ, ਉਹ ਫਿਰ ਬਾਹਰ ਨਿਕਲ ਜਾਂਦਾ ਹੈ। ਸੋ ਇਸ ਤੋਂ ਇਲਾਵਾ ਜਿਸ ਤਰ੍ਹਾਂ ਬੱਚਿਆਂ 'ਤੇ ਵਾਰ-ਵਾਰ ਛੰਦ ਉਚਾਰਿਆ ਜਾਂਦਾ ਹੈ, ਸੋ ਆਖਿਰ ਦੇ ਵਿੱਚ ਜਿਹੜਾ ਬੱਚਾ ਰਹਿ ਜਾਂਦਾ ਹੈ, ਜਿਹੜੇ ਬੱਚੇ ਪੁੱਗਣ ਤੋਂ ਬਾਅਦ ਸਾਰੇ ਬੱਚੇ ਪੁੱਗੇ ਜਾਂਦੇ ਹਨ, ਆਖਿਰ ਵਿੱਚ ਜਿਹੜਾ ਬੱਚਾ ਰਹਿ ਜਾਂਦਾ ਹੈ ਉਸਦੇ ਸਿਰ ਦਾਈ ਆ ਜਾਂਦੀ ਹੈ। ਇਸ ਤਰ੍ਹਾਂ ਦਾਈ ਦਾ ਪ੍ਰਮੁੱਖ ਨਿਯਮ ਹੈ, ਇਸ ਵਿੱਚ ਛੰਦਾਂ ਦਾ ਉਚਾਰਨ ਕੀਤਾ ਜਾਂਦਾ ਹੈ, ਲੋਕ ਗੀਤ ਉਚਾਰੇ ਜਾਂਦੇ ਹਨ ਦਾਈ ਦੇਣ ਵਾਲਾ ਬੱਚਾ ਚੁਣਨ ਲਈ। ਸੋ ਇਸ ਤੋਂ ਇਲਾਵਾ ਦਾਈ ਦੇਣ ਸਮੇਂ ਕਈ ਵਾਰ ਬੱਚੇ ਹਵਾ ਦੇ ਵਿੱਚ ਆਪਣੇ ਹੱਥਾਂ ਨੂੰ ਪੁੱਠੇ ਸਿੱਧੇ ਕਰਕੇ ਉਛਾਲ ਕੇ ਉਹ ਵਾਲਾ ਨਿਯਮ ਵੀ ਅਪਣਾਉਂਦੇ ਹਨ ਪੁੱਗਣ ਲਈ। ਜਿੰਨੇ ਬੱਚੇ ਖੇਡਣਾ ਚਾਹੁੰਦੇ ਹਨ ਉਹ ਸਾਰੇ ਆਪਣੇ ਹੱਥ ਪੁੱਠੇ ਕਰਕੇ ਰੱਖ ਲੈਂਦੇ ਹਨ, ਤਾਂ ਇੱਕੋ ਵਾਰ ਉਹ ਸਾਰੇ ਬੱਚੇ ਆਪਣੇ ਹੱਥ ਹਵਾ ਵਿੱਚ ਉਛਾਲਦੇ ਹਨ, ਹੱਥ ਪੁੱਠੇ ਸਿੱਧੇ ਕਰਕੇ ਉਹ ਪੁੱਗਦੇ ਹਨ। ਤਾਂ ਜਿੰਨੇ ਬੱਚੇ ਅਗਲੀ ਵਾਰੀ ਵਿੱਚ ਆ ਜਾਂਦੇ ਹਨ ਉਹ ਵੀ ਉਸ ਤਰ੍ਹਾਂ ਹੱਥ ਪੁੱਠੇ ਸਿੱਧੇ ਕਰਕੇ ਪੁੱਗਦੇ ਹਨ। ਅੰਤ ਵਿੱਚ ਜਿਹੜਾ ਬੱਚਾ ਰਹਿ ਜਾਂਦਾ ਹੈ ਉਸਦੇ ਸਿਰ ਦਾਈ ਆ ਜਾਂਦੀ ਹੈ। ਇਸ ਤਰ੍ਹਾਂ ਹੀ
ਟੋਲੀਆਂ ਦੀ ਚੋਣ ਸਮੇਂ ਵੀ ਆੜੀ ਚੁਣਿਆ ਜਾਂਦਾ ਹੈ। ਕਈ ਵਾਰ ਕੋਈ ਖੇਡ ਇਸ ਤਰ੍ਹਾਂ ਦੀ ਹੁੰਦੀ ਹੈ, ਲੋਕ ਖੇਡ, ਜਿਹੜੀ ਟੋਲੀਆਂ ਦੇ ਵਿੱਚ ਖੇਡੀ ਜਾਂਦੀ ਹੈ। ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਪਾਸੇ ਪੂਰਾ ਸਮੂਹ ਹੁੰਦਾ ਹੈ ਬੱਚਿਆਂ ਦਾ, ਇੱਕ ਪਾਸੇ ਇੱਕ ਬੱਚਾ ਦਾਈ ਦਿੰਦਾ ਹੈ। ਉਹ ਦਾਈ ਦੇਣ ਲਈ ਪੁੱਗਣ ਦੀ ਵਿਧੀ ਹੈ, ਜਿਸ ਵਿੱਚ ਛੰਦ ਵੀ ਉਚਾਰਿਆ ਜਾਂਦਾ ਹੈ, ਜਾਂ ਬੱਚੇ ਆਪੋ ਆਪਣੇ ਹੱਥ ਹਵਾ ਵਿੱਚ ਉਛਾਲ ਕੇ ਪੁੱਠੇ ਸਿੱਧੇ ਕਰਕੇ ਜੋ ਹੈ ਦਾਈ ਦੇਣ ਵਾਲਾ ਬੱਚਾ ਚੁਣ ਲੈਂਦੇ ਹਨ। ਪਰ ਕਈ ਵਾਰ ਕੋਈ ਲੋਕ ਖੇਡਾਂ ਇਸ ਤਰ੍ਹਾਂ ਹੁੰਦੀਆਂ ਹਨ ਜਿਹੜੀਆਂ ਟੋਲੀਆਂ ਦੇ ਵਿੱਚ ਖੇਡੀਆਂ ਜਾਂਦੀਆਂ ਹਨ, ਕਿ 2 ਟੋਲੀਆਂ ਬਣਨੀਆਂ ਹੁੰਦੀਆਂ ਜਾਂ 3 ਟੋਲੀਆਂ ਬਣਨੀਆਂ ਹੁੰਦੀਆਂ ਹਨ। ਤਾਂ ਉਹਨਾਂ ਟੋਲੀਆਂ ਦੀ ਚੋਣ ਦੇ ਵਿੱਚ ਆੜੀ ਕਿਵੇਂ ਚੁਣੇ ਜਾਣ, ਬੱਚੇ ਕਿਵੇਂ ਚੁਣੇ ਜਾਣ, ਕਿ ਕਿਹੜੀ ਟੋਲੀ 'ਚ ਕਿਹੜੇ ਬੱਚੇ ਆਉਣਗੇ, ਤਾਂ ਉਹਨਾਂ ਲਈ ਵੀ ਕੁਝ ਨਿਯਮ ਬਣਾਏ ਹੋਏ ਹਨ। ਟੋਲੀਆਂ ਦੀ ਚੁਣਨ ਸਮੇਂ ਵੀ ਆੜੀ ਚੁਣਨ ਦੇ ਕੁਝ ਨਿਯਮ ਜੋ ਹਨ, ਉਹਨਾਂ ਦੇ ਵਿੱਚ ਪਹਿਲਾਂ ਤਾਂ ਜਿੰਨੇ ਬੱਚੇ ਖੇਡਣਾ ਚਾਹੁੰਦੇ ਹਨ, ਉਹਨਾਂ ਵਿੱਚੋਂ ਜਿਹੜੇ ਬੱਚੇ ਹਨ ਉਹਨਾਂ ਵਿੱਚੋਂ ਇੱਕ ਬੱਚਾ ਜੋ ਹੈ ਉਹ ਇੱਕ ਟੋਲੀ ਦਾ ਮੁਖੀ ਬਣ ਜਾਂਦਾ ਹੈ, ਅਤੇ ਆਪਣੀ ਟੋਲੀ ਦੇ ਬਾਕੀ ਬੱਚੇ ਚੁਣਨ ਲਈ ਉਹ ਆਪਣੇ ਫਰਜ਼ੀ ਨਾਮ ਰੱਖ ਲੈਂਦੇ ਹਨ, ਅਤੇ ਇੱਕ ਬੱਚੇ ਨੂੰ ਕੋਲ ਬੁਲਾ ਕੇ ਉਹਨਾਂ ਤੋਂ ਪੁੱਛਦੇ ਹਨ ਕਿ ਤੁਸੀਂ ਕਿਹੜੀ ਚੀਜ਼ ਲੈਣੀ ਹੈ। ਜਿਵੇਂ ਫਰਜ਼ ਕਰੋ 2 ਬੱਚੇ 2 ਅਲੱਗ-ਅਲੱਗ ਟੋਲੀਆਂ ਦੇ ਮੁਖੀ ਹਨ, ਉਹਨਾਂ ਮੁਖੀਆਂ ਦੇ ਵਿੱਚੋਂ ਇੱਕ ਬੱਚਾ ਆਪਣਾ ਨਾਮ ਚਾਂਦੀ ਰੱਖ ਲੈਂਦਾ ਹੈ, ਇੱਕ ਬੱਚਾ ਆਪਣਾ ਨਾਮ ਸੋਨਾ ਰੱਖ ਲੈਂਦਾ ਹੈ। ਤਾਂ ਉਹ ਜਿਹੜੇ ਬਾਕੀ ਬੱਚੇ ਹਨ ਜਿਨ੍ਹਾਂ ਨੂੰ ਟੋਲੀਆਂ ਦੇ ਵਿੱਚ ਵੰਡਣਾ ਹੈ, ਉਹਨਾਂ ਨੂੰ ਇੱਕ ਕਰਕੇ ਬੁਲਾ ਕੇ ਪੁੱਛਦੇ ਹਨ ਕਿ ਤੂੰ ਦੱਸ, ਤੂੰ ਸੋਨਾ ਲੈਣਾ ਹੈ ਕਿ ਚਾਂਦੀ ਲੈਣੀ ਹੈ। ਤਾਂ ਉਹ ਬੱਚਾ ਜਿਹੜੀ ਚੀਜ਼ ਦੱਸਦਾ ਹੈ ਕਿ ਉਸਨੇ ਚਾਂਦੀ ਲੈਣਾ ਹੈ ਜਾਂ ਸੋਨਾ ਲੈਣਾ ਹੈ, ਤਾਂ ਉਹ ਉਸੇ ਉਹੀ ਫਰਜ਼ੀ ਨਾਮ ਵਾਲੇ ਮੁਖੀ ਦੇ ਵੱਲ ਚਲੇ ਜਾਂਦਾ ਹੈ। ਜੇ ਕੋਈ ਚਾਂਦੀ ਮੰਗਦਾ ਹੈ ਤਾਂ ਜਿਹੜੇ ਬੱਚੇ ਨੇ ਆਪਣਾ ਫਰਜ਼ੀ ਨਾਮ ਚਾਂਦੀ ਰੱਖਿਆ ਹੈ, ਮੁਖੀ ਬਣਿਆ ਹੈ ਇੱਕ ਟੋਲੀ ਦਾ, ਉਸ ਪਾਸੇ ਚਲਿਆ ਜਾਂਦਾ ਹੈ। ਜੇ ਉਹ ਬੱਚਾ ਕਹਿੰਦਾ ਹੈ ਕਿ ਮੈਂ ਸੋਨਾ ਲੈਣਾ ਹੈ, ਤਾਂ ਜਿਹੜੇ ਬੱਚੇ ਨੇ ਆਪਣਾ ਫਰਜ਼ੀ ਨਾਮ ਸੋਨਾ ਰੱਖਿਆ ਹੈ ਤਾਂ ਉਸ ਪਾਸੇ ਚੱਲ ਜਾਂਦਾ ਹੈ। ਇਸੇ ਤਰ੍ਹਾਂ ਹੀ ਪੁੱਗਣ ਦੇ ਜਾਂ ਆੜੀ ਮੜਿੱਕਣ ਦੇ ਭਾਵ ਆੜੀ ਚੁਣਨ ਦੇ ਵੱਖ-ਵੱਖ ਥਾਵਾਂ 'ਤੇ ਕਈ ਲੋਕ ਗੀਤ ਵੀ ਪ੍ਰਚਲਿਤ ਹਨ, ਕਿ ਜਿੱਥੇ ਜਿਹੜਾ ਲੋਕ ਗੀਤ ਖਤਮ ਹੁੰਦਾ ਹੈ ਉਹ ਬੱਚੇ ਉਸ ਤਰ੍ਹਾਂ ਟੋਲੀਆਂ ਦੇ ਵਿੱਚ ਵੰਡੇ ਜਾਂਦੇ ਹਨ। ਇਹ ਲੋਕ ਗੀਤ ਹਨ ਜਿਵੇਂ ਉੱਕੜ ਟੁੱਕੜ ਭੰਬਾ ਭੌ, 80 90 ਪੂਰਾ 100 100 ਗਲੋਟਾ ਤਿੱਤਰ ਮੋਟਾ, ਚੱਲ ਮਦਾਰੀ ਪੈਸਾ ਖੋਟਾ, ਖੋਟੇ ਦੀ ਖਟਿਆਈ ਬੇਬੇ ਦੌੜੀ ਦੌੜੀ ਆਈ। ਇਸ ਤਰ੍ਹਾਂ ਇਹ ਲੋਕ ਗੀਤ ਬੱਚੇ ਹੋ ਸਕਦਾ ਤੁਸੀਂ ਵੀ ਆਪਣੇ ਬਚਪਨ ਦੇ ਵਿੱਚ ਸੁਣਿਆ ਹੋਵੇ, ਜਾਂ ਇਸ ਲੋਕ ਗੀਤ ਰਾਹੀਂ ਖੇਡੇ ਵੀ ਹੋਵੋ, ਲੋਕ ਗੀਤ ਦਾ ਇਸਤੇਮਾਲ ਕਰਕੇ ਵਰਤੋਂ ਕਰਕੇ ਖੇਡੇ ਵੀ ਹੋਵੋ, ਆਪਣੀ ਟੋਲੀ ਦੀ ਚੋਣ ਵੀ ਕੀਤੀ ਹੋਵੇ। ਇਸੇ ਤਰ੍ਹਾਂ ਦਾ ਇੱਕ ਹੋਰ ਲੋਕ ਗੀਤ ਹੈ ਈਂਗਣ ਮੀਂਗਣ ਤਲੀ ਤਲੀਂਗਣ, ਕਾਲਾ ਪੀਲਾ ਡੱਕਰਾ, ਗੁੜ ਖਾਵਾਂ ਵੇਲ ਵਧਾਵਾਂ ਮੂਲੀ ਪੱਤਰਾ, ਪੱਤਰਾਂ ਵਾਲੇ ਘੋੜੇ ਆਏ, ਹੱਥ ਕੁਤਾੜੀ ਪੈਰ ਕੁਤਾੜੀ, ਨਿਕਲ ਬਾਲਿਆ ਤੇਰੀ ਵਾਰੀ ਆਈ। ਇਹ ਵਾਲਾ ਲੋਕ ਗੀਤ ਜ਼ਿਆਦਾਤਰ ਦਾਈ ਵਾਲਾ ਬੱਚਾ ਚੁਣਨ ਲਈ, ਪੁੱਗਣ ਲਈ ਕੀਤਾ ਜਾਂਦਾ ਹੈ, ਬੋਲਿਆ ਜਾਂਦਾ ਹੈ, ਉਚਾਰਿਆ ਜਾਂਦਾ ਹੈ। ਸੋ ਇਸ ਤਰ੍ਹਾਂ ਕਈ ਲੋਕ ਗੀਤ ਹਨ ਜੋ ਟੋਲੀਆਂ ਦੀ ਚੋਣ ਸਮੇਂ, ਆੜੀ ਦੀ ਚੋਣ ਸਮੇਂ ਵਰਤੇ ਜਾਂਦੇ ਹਨ। ਇਸ ਤਰ੍ਹਾਂ ਹੀ ਜੇ ਕੋਈ ਬੱਚਾ ਆਪਣੀ ਦਾਈ ਜਾਂ ਮੀਤੀ ਨਹੀਂ ਦੇਣਾ ਚਾਹੁੰਦਾ, ਜਾਂ ਕੋਈ ਬੱਚਾ ਰੋਂਦੂ ਖਿਡਾਰੀ ਮੰਨਿਆ ਜਾਂਦਾ, ਭਾਵ ਉਹ ਆਪਣੀ ਵਾਰੀ ਆਉਣ 'ਤੇ, ਜਿਵੇਂ ਆਪਾਂ ਬੱਚੇ ਖੇਡਦੇ ਹਨ, ਆਪਾਂ ਸੁਣਿਆ ਹੀ ਹੋਵੇਗਾ ਜਾਂ ਤੁਸੀਂ ਖੇਡਦੇ ਹੋ ਕਿ ਕਈ ਵਾਰ ਬੱਚੇ ਇਹੋ ਜਿਹੇ ਹੁੰਦੇ ਹਨ ਬਹੁਤ ਚਲਾਕ, ਜਦੋਂ ਆਪਣੀ ਵਾਰੀ ਆਉਂਦੀ ਹੈ ਫਿਰ ਕਹਿ ਦਿੰਦੇ ਚਲੋ ਚਲੋ ਖੇਡ ਖਤਮ, ਉਹ ਰੋਂਦੂ ਖਿਡਾਰੀ ਮੰਨੇ ਜਾਂਦੇ ਆ। ਜਾਂ ਕਿਸੇ ਨੂੰ ਇੰਝ ਹੁੰਦਾ ਹੈ ਕਿ ਮੈਂ ਤਾਂ ਹਾਰ ਜਾਣਾ ਆ, ਤਾਂ ਉਹ ਜਿਹੜੇ ਖਿਡਾਰੀ ਨੇ ਆਪਣੀ ਵਾਰੀ ਆਉਣ 'ਤੇ ਉਹ ਖੇਡ ਛੱਡ ਕੇ ਚਲੇ ਜਾਂਦੇ ਹਨ। ਸੋ ਇਸ ਤਰ੍ਹਾਂ ਦੇ ਖਿਡਾਰੀਆਂ ਲਈ ਵੀ ਬੱਚਿਆਂ ਨੇ ਇੱਕ ਨਿਯਮ ਬਣਾਇਆ ਹੋਇਆ ਹੈ, ਕਿ ਜਿਹੜਾ ਬੱਚਾ ਜ਼ਿਆਦਾ ਰੋਂਦੂ ਖਿਡਾਰੀ ਮੰਨਿਆ ਜਾਂਦਾ ਹੈ ਉਸ ਲਈ ਕਿਹਾ ਜਾਂਦਾ ਹੈ ਕਿ ਜੇਕਰ ਉਹ ਆਪਣੀ ਦਾਈ ਨਹੀਂ ਦੇਵੇਗਾ, ਆਪਣੀ ਵਾਰੀ ਨਹੀਂ ਦੇਵੇਗਾ, ਤਾਂ ਉਸਦੇ ਸਿਰ 'ਤੇ ਰੱਬ ਦਾ ਭਾਰ ਚੜ੍ਹੇਗਾ। ਅਤੇ ਜੇਕਰ ਕੋਈ ਆਪਣੀ ਵਾਰੀ ਵਿਚਾਲੇ ਛੱਡ ਕੇ ਭੱਜਦਾ ਹੈ ਤਾਂ ਸਾਰੇ ਬੱਚੇ ਉਸਦੇ ਮਗਰ ਭੱਜਦੇ ਹਨ ਕਿ ਸਾਡੀ ਮਿੱਤ ਦੱਬਣਾ, ਘਰ ਦੇ ਚੂਹੇ ਚੱਬਣਾ, ਇੱਕ ਚੂਹਾ ਰਹਿ ਗਿਆ, ਸਿਪਾਹੀ ਫੜ ਕੇ ਲੈ ਗਿਆ, ਸਿਪਾਹੀ ਨੇ ਮਾਰੀ ਇੱਟ, ਚਾਹੇ ਰੋ ਚਾਹੇ ਪਿੱਟ, ਕਿ ਚਾਹੇ ਤੂੰ ਰੋ ਚਾਹੇ ਤੂੰ ਪਿੱਟ, ਤੈਨੂੰ ਵਾਰੀ ਦੇਣੀ ਹੀ ਪੈਣੀ ਹੈ। ਸੋ ਇਸ ਤਰ੍ਹਾਂ ਬੱਚੇ ਜੋ ਹਨ ਇਹ ਬਹੁਤ ਦਿਲਚਸਪੀ ਨਾਲ ਅਜਿਹੀਆਂ ਲੋਕ ਖੇਡਾਂ ਖੇਡਦੇ ਹਨ, ਜਿਨ੍ਹਾਂ ਦੇ ਵਿੱਚ ਕਈ ਛੰਦ ਬੋਲੇ ਜਾਂਦੇ ਨੇ, ਕਈ ਲੋਕ ਗੀਤ ਬੋਲੇ ਜਾਂਦੇ ਨੇ, ਜਿਨ੍ਹਾਂ ਨਾਲ ਲੋਕ ਖੇਡ ਨੂੰ ਹੋਰ ਦਿਲਚਸਪ ਬਣਾਇਆ ਜਾਂਦਾ। ਸੋ ਇਸ ਤਰ੍ਹਾਂ ਬੱਚਿਓ, ਇਹ ਲੋਕ ਖੇਡਾਂ ਜੋ ਹਨ ਉਹਨਾਂ ਦੇ ਵਿੱਚ ਬੱਚਿਆਂ ਦੇ ਆੜੀ ਚੁਣਨ ਦੇ, ਜਾਂ ਦਾਈ ਵਾਲਾ ਬੱਚਾ ਚੁਣਨ ਦੇ, ਜਾਂ ਟੋਲੀਆਂ ਚੁਣਨ ਦੇ ਅਲੱਗ-ਅਲੱਗ ਲੋਕ ਗੀਤ ਹਨ। ਸੋ ਬੱਚਿਓ, ਇਸ ਤੋਂ ਬਾਅਦ ਅਗਲਾ ਟੌਪਿਕ ਆਪਾਂ ਇਸ ਚੈਪਟਰ ਦਾ ਅਗਲੀ ਵੀਡੀਓ ਵਿੱਚ ਪੜ੍ਹਾਂਗੇ, ਸੁਣਾਂਗੇ। ਉਦੋਂ ਤੱਕ ਲਈ ਤੁਸੀਂ ਆਪਣਾ ਟੌਪਿਕ ਪੜ੍ਹਨਾ ਹੈ, ਧਿਆਨ ਨਾਲ ਸੁਣਨਾ ਹੈ। ਤੁਹਾਨੂੰ ਇਸ ਟੌਪਿਕ ਨਾਲ ਰਿਲੇਟਡ ਕੁਐਸਚਨ ਆਨਸਰ ਵੀ ਭੇਜੇ ਜਾਣਗੇ, ਜਿਹੜੇ ਤੁਸੀਂ ਆਪਣੀ ਕਾਪੀਆਂ 'ਤੇ ਲਿਖਣੇ ਹਨ, ਅਤੇ ਪ੍ਰੋਪਰ ਸਮੇਂ ਦੇ ਨਾਲ ਸਮੇਂ ਸਿਰ ਲਿਖਣੇ ਹਨ, ਕਿਉਂਕਿ ਤੁਹਾਡੀਆਂ ਕਾਪੀਆਂ ਵੀ ਜੋ ਹਨ ਉਹ ਚੈੱਕ ਹੋਣ ਲਈ ਮੰਗਵਾਈਆਂ ਜਾ ਸਕਦੀਆਂ ਹਨ, ਉਸ ਲਈ ਵੀ ਤੁਹਾਨੂੰ ਦੱਸਿਆ ਜਾਵੇਗਾ। ਸੋ ਬੱਚਿਓ, ਕਾਪੀਆਂ 'ਤੇ ਇਹ ਕੰਮ ਜ਼ਰੂਰ ਕਰਨਾ। ਅਗਲੀ ਵੀਡੀਓ ਤੱਕ, ਤਦ ਤੱਕ ਲਈ ਧੰਨਵਾਦ।